गुरु प्यारिओ, वाहिगुरु जी का खालसा, वाहिगुरु जी की फतेह। पिछले 6 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ਗੁਰੂ ਦਾ ਸੰਕਲਪ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹੈ, ਜਿਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸਮਝਿਆ ਸੀ ਕਿ ਗੁਰੂ ਲਫ਼ਜ਼ ਦੇ ਅਰਥ ਕੀ ਨੇ। ਉਹਦੇ ਬਾਅਦ ਗੁਰਬਾਣੀ ਰਾਹੀਂ ਇਹ ਸਮਝਿਆ ਕਿ ਗੁਰੂ ਦੀ ਲੋੜ ਕਿਉਂ ਹੈ, ਔਰ ਇਹ ਸਮਝ ਲੱਗ ਗਈ ਕਿ ਗੁਰੂ ਜ਼ਰੂਰੀ ਹੈ। ਗੁਰੂ ਦੇ ਬਗੈਰ ਸਾਡੀ ਮੱਤ ਉੱਚੀ ਨਹੀਂ ਹੋ ਸਕਦੀ, ਅਸੀਂ ਜੀਵਨ ਦੇ ਵਿੱਚ ਭਟਕਣਾ ਦੇ ਵਿੱਚ ਪਏ ਰਵਾਂਗੇ। ਜੀਵਨ ਦਾ ਸਹੀ ਮਾਰਗ ਸਮਝਣ ਵਾਸਤੇ, ਪਛਾਣਨ ਵਾਸਤੇ, ਮੰਜ਼ਿਲ ਤੇ ਪਹੁੰਚਣ ਵਾਸਤੇ ਗੁਰੂ ਦੀ ਲੋੜ ਹੈ, ਗੁਰੂ ਦੀ ਸਿੱਖਿਆ ਦੀ ਲੋੜ ਹੈ। ਉਸ ਤੋਂ ਬਾਅਦ ਅਗਲੇ ਭਾਗ ਦੇ ਵਿੱਚ ਅਸੀਂ ਦੂਜੇ ਭਾਗ ਦੇ ਵਿੱਚ ਇਹ ਸਮਝਿਆ ਕਿ ਗੁਰੂ ਦੇ ਗੁਣ ਕੀ ਨੇ, ਤਾਂ ਕਿ ਅਸੀਂ ਪਛਾਣ ਕਰ ਸਕੀਏ। ਅੱਜ ਅਸੀਂ ਆਪਣੇ ਮੂਲ ਵਿਸ਼ੇ ਦੇ ਉੱਤੇ ਆ ਗਏ ਕਿ ਸਤਿਗੁਰੂ ਕੌਣ ਹੈ। ਅਸੀਂ ਗੁਣ ਵੇਖ ਲਏ ਨੇ, ਉਹਨਾਂ ਗੁਣਾਂ ਦੇ ਹਿਸਾਬ ਨਾਲ ਅਸੀਂ ਪਛਾਣ ਕਰ ਲਵਾਂਗੇ। ਅੱਜ ਜਿਹੜਾ ਸਭ ਤੋਂ ਪਹਿਲਾ ਪ੍ਰਮਾਣ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ, ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ, ਔਰ ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ ਸਿੱਧ ਗੋਸ਼ਟ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਉਹਦੇ ਵਿੱਚੋਂ ਹੈ। ਗੁਰੂ ਨਾਨਕ ਸਾਹਿਬ ਸਿੱਧਾਂ ਦੇ ਕੋਲ ਗਏ ਨੇ, ਉੱਥੇ ਉਹਨਾਂ ਨੂੰ ਗਿਆਨ ਚਰਚਾ ਵਾਸਤੇ ਸੱਦਾ ਦਿੱਤਾ ਹੈ, ਵਿਚਾਰਾ ਕਰਨ ਦੇ ਵਾਸਤੇ। ਕੁਝ ਸਵਾਲ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਕੀਤੇ ਨੇ, ਉਹਨਾਂ ਆਪਣਾ ਜੀਵਨ ਫਲਸਫਾ ਦੱਸਿਆ। ਉਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਵੀ ਤੁਹਾਡਾ ਜੀਵਨ ਫਲਸਫਾ ਕੀ ਹੈ। ਫਿਰ ਗੁਰੂ ਨਾਨਕ ਸਾਹਿਬ ਨੇ ਉਹਦੀ ਸੱਚਾਈ ਉਹਨਾਂ ਨੂੰ ਦੱਸੀ ਹੈ। ਕੁਝ ਸਵਾਲ ਸਿੱਧਾ ਨੇ ਕੀਤੇ ਨੇ ਕਿ ਗੁਰੂ ਨਾਨਕ ਸਾਹਿਬ ਨੇ ਆਪਣਾ ਜੀਵਨ ਫਲਸਫਾ, ਜੋ ਉਹਨਾਂ ਨੂੰ ਇਲਾਹੀ ਗਿਆਨ ਪ੍ਰਾਪਤ ਹੋਇਆ ਸੀ, ਉਹਨੂੰ ਅੱਗੇ ਪ੍ਰਗਟ ਕੀਤਾ ਹੈ। ਇਸ ਪ੍ਰਮਾਣ ਦੇ ਵਿੱਚ ਸਿੱਧਾਂ ਨੇ ਪਹਿਲਾਂ ਸਵਾਲ ਕੀਤਾ ਹੈ। ਪਹਿਲਾ ਹਿੱਸਾ ਜਿਹੜਾ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ, ਉਹ ਸਿੱਧਾਂ ਦਾ ਕੀਤਾ ਹੋਇਆ ਸਵਾਲ ਹੈ ਕਿ ਕਮਨ ਮੂਲ ਕਮਨ ਮਤ ਬੇਲਾ, ਤੇਰਾ ਕਮਨ ਗੁਰੂ ਜਿਸ ਕਾ ਤੂੰ ਚੇਲਾ। ਇਹ ਨਾਨਕ, ਤੁਹਾਡੇ ਹਿਸਾਬ ਨਾਲ ਸੰਸਾਰ ਦਾ ਮੂਲ ਕੀ ਹੈ? ਕਿੱਥੋਂ ਸ਼ੁਰੂ ਹੋਇਆ ਸੰਸਾਰ, ਕਿਵੇਂ ਸ਼ੁਰੂ ਹੋਇਆ? ਕਮਨ ਮਤ ਬੇਲਾ, ਇਸ ਜੀਵਨ ਦੇ ਵਿੱਚ ਕਿਹੜੀ ਸਿੱਖਿਆ ਲੈਣ ਦਾ ਸਮਾਂ, ਮਨੁੱਖ ਨੂੰ ਕਿਹੜੀ ਸਿੱਖਿਆ ਲੈਣੀ ਚਾਹੀਦੀ ਹੈ? ਤੇਰਾ ਕਮਨ ਗੁਰੂ ਜਿਸ ਕਾ ਤੂੰ ਚੇਲਾ। ਤੀਸਰਾ ਸਵਾਲ, ਤੇਰਾ ਗੁਰੂ ਕੌਣ ਹੈ ਜਿਹਦਾ ਤੂੰ ਚੇਲਾ ਹੈ? ਮੈਂ ਸਮਝਣਾ ਹੈਰਾਨ ਹੋਏ ਹੋਣਗੇ ਕਿ ਇੰਨੀ ਵੱਡੀ ਉਮਰ ਨਹੀਂ ਤੇ ਇਤਨਾ ਇਲਾਹੀ ਗਿਆਨ ਹੈ, ਕਿਹੜੇ ਗੁਰੂ ਕੋਲੋਂ ਪ੍ਰਾਪਤ ਕੀਤਾ ਸੋ? ਜਿਹੜੇ ਜਵਾਬ ਮੇਰੇ ਸਤਿਗੁਰੂ ਨੇ, ਗੁਰੂ ਨਾਨਕ ਪਾਤਸ਼ਾਹ ਨੇ ਦਿੱਤੇ ਨੇ, ਆਧਾਰ ਹੈ ਸਾਡੀ ਜੀਵਨ ਦਾ। ਪਵਨ ਆਰੰਭ, ਸਤਿਗੁਰੂ ਨੇ ਕਿਹਾ ਸੰਸਾਰ ਦੀ ਸ਼ੁਰੂਆਤ ਜਿਹੜੀ ਹੈ ਹਵਾ ਤੋਂ ਹੋਈ ਹੈ। ਔਰ ਸਾਰੀ ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ। ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤੇਰੇ ਪਵਨ ਸਾਜਿਆ, ਘਟ ਘਟ ਜੋਤ ਸਮੋਏ। ਅਕਾਲ ਪੁਰਖ ਤੋਂ ਹਵਾ ਬਣੀ, ਹਵਾ ਤੋਂ ਪਾਣੀ ਬਣਿਆ, ਕਿਉਂਕਿ ਹਵਾ ਦੇ ਵਿੱਚ ਗੈਸਿਸ ਹੁੰਦੀਆਂ ਨੇ। ਉਹਦੇ ਵਿੱਚ 2 ਐਟਮ ਹਾਈਡਰੋਜਨ ਦੇ, 1 ਐਟਮ ਆਕਸੀਜਨ ਦੇ ਨਾਲ ਉਹਦਾ ਮਿਲਾਪ ਹੋਇਆ ਤੇ ਇੱਕ ਮੋਲੀਕਿਊਲ ਪਾਣੀ ਦਾ ਬਣ ਗਿਆ, H2O ਜਿਹਨੂੰ ਅਸੀਂ ਕਹਿੰਦੇ ਹਾਂ। ਪਾਣੀ ਤੋਂ ਫਿਰ ਸਭ ਕੁਝ ਬਣਿਆ। ਸੋ ਸ਼ੁਰੂਆਤ ਜਿਹੜੀ ਹੈ ਉਹ ਪਵਨ ਤੋਂ ਹੋਈ। ਸਤਿਗੁਰ ਮਤ ਵੇਲਾ, ਇਹ ਜੀਵਨ ਦਾ ਸਮਾਂ ਜਿਹੜਾ ਗੁਰੂ ਦੀ ਮੱਤ ਲੈਣ ਦਾ ਸਮਾਂ ਹੈ।
ਹੁਣ ਕਿਹੜੇ ਗੁਰੂ ਦੀ ਮੱਤ ਲੈਣੀ ਹੈ, ਕਿਹੜੇ ਗੁਰੂ ਦੀ ਮੱਤ ਲਈ ਹੈ? ਗੁਰੂ ਨਾਨਕ ਸਾਹਿਬ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਨਾਨਕ ਸਾਹਿਬ ਕਹਿ ਰਹੇ ਸ਼ਬਦ ਮੇਰਾ ਗੁਰੂ ਹੈ। ਪਰ ਅਗਲੀ ਗੱਲ ਹੋਰ ਵੀ ਮਹੱਤਵਪੂਰਨ ਹੈ, ਸੁਰਤ ਧੁਨ ਚੇਲਾ। ਮੇਰੀ ਸੁਰਤ, ਸ਼ਬਦ ਦੀ ਜਿਹੜੀ ਧੁਨ ਹੈ, ਸ਼ਬਦ ਦੀ ਜਿਹੜੀ ਭਾਵ ਹੈ, ਸ਼ਬਦ ਦੀ ਜਿਹੜੀ ਵਿਚਾਰ ਹੈ, ਉਹਦਾ ਚੇਲਾ ਹੈ। ਇੱਥੇ ਕਈ ਇੱਕ ਸਵਾਲ ਵੀ ਕਰਦੇ ਨੇ ਕਿ ਉਸ ਵੇਲੇ ਕਿਹੜਾ ਸ਼ਬਦ ਸੀ? ਉਸ ਵੇਲੇ ਗੁਰਬਾਣੀ ਤੇ ਹੈ ਨਹੀਂ ਸੀ। ਇਹ ਉਹ ਸ਼ਬਦ ਹੈ ਜਿਹੜਾ ਇਲਾਹੀ ਗਿਆਨ ਅਕਾਲ ਪੁਰਖ ਕੋਲੋਂ ਗੁਰੂ ਨਾਨਕ ਸਾਹਿਬ ਨੂੰ ਪ੍ਰਾਪਤ ਹੋਇਆ, ਜਿਹਨੂੰ ਉਹਨਾਂ ਨੇ ਸ਼ਬਦਾਂ ਦੇ ਵਿੱਚ ਪ੍ਰਗਟ ਕੀਤਾ ਸਾਡੇ ਤੱਕ, ਔਰ ਅਕਾਲ ਪੁਰਖ ਦਾ ਇਤਨਾ ਇਲਾਹੀ ਗਿਆਨ ਸਾਡੇ ਤੱਕ ਪਹੁੰਚਿਆ। ਇਹ ਵਿਸ਼ਾ, ਇਸ ਵਿਸ਼ੇ ਦਾ ਹੀ ਭਾਗ ਹੈ, ਅੱਗੇ ਆਏਗਾ, ਆਪਾਂ ਉੱਥੇ ਹੋਰ ਖੁੱਲ੍ਹ ਕੇ ਵਿਚਾਰਾਂਗੇ। ਇੱਥੇ ਦੋ ਗੱਲਾਂ ਧਿਆਨ ਦੇਣ ਵਾਲੀਆਂ ਨੇ। ਇੱਕ ਤੇ ਸ਼ਬਦ ਗੁਰੂ, ਉਸ ਤੋਂ ਵੀ ਮਹੱਤਵਪੂਰਨ ਹੈ ਸੁਰਤ ਧੁਨ ਚੇਲਾ। ਜੇ ਸ਼ਬਦ ਦਾ ਭਾਵ ਸਾਡੀ ਸੁਰਤ ਦੇ ਵਿੱਚ ਗਿਆ ਤੇ ਸ਼ਬਦ ਗੁਰੂ ਹੈ। ਨਹੀਂ, ਸ਼ਬਦ ਗੁਰੂ ਤਾਂ ਹੈ ਹੀ ਹੈ, ਪਰ ਸਾਡੇ ਵਾਸਤੇ ਤਾਂ ਨਹੀਂ ਬਣਿਆ ਨਾ। ਅੱਜ ਅਸੀਂ ਇਸ ਗੱਲ ਦੇ ਉੱਤੇ ਸ਼ਬਦ ਗੁਰੂ ਕਹਿੰਦੇ ਹੋਏ ਸ਼ਬਦ ਦੀ ਪੂਜਾ ਕਰਨੀ ਸ਼ੁਰੂ ਕਰਤੀ ਹੈ। ਅਸਲ ਦੇ ਵਿੱਚ ਸ਼ਬਦ ਸੁਰਤ ਧੁਨ ਚੇਲਾ। ਸ਼ਬਦ ਦਾ ਭਾਵ ਆਪਣੀ ਸੁਰਤ ਦੇ ਵਿੱਚ ਲੈ ਕੇ ਜਾਣਾ ਤਾਂ ਚੇਲਾ ਬਣੇਗਾ। ਇਸੇ ਗੱਲ ਦੀ ਵਿਆਖਿਆ ਫਿਰ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣੇ ਇੱਕ ਪੰਕਤੀ ਦੇ ਵਿੱਚ ਕਰਤੀ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਭਾਈ ਕੇਵਲ ਇੱਕ ਬਾਣੀ ਹੀ ਗੁਰੂ ਹੈ, ਕਿਉਂਕਿ ਜੋ ਇਲਾਹੀ ਬਾਣੀ, ਇਲਾਹੀ ਗਿਆਨ ਗੁਰੂ ਨਾਨਕ ਸਾਹਿਬ ਨੂੰ ਨਾਜ਼ਲ ਹੋਇਆ, ਪ੍ਰਗਟ ਹੋਇਆ ਉਹਨਾਂ ਦੇ ਹਿਰਦੇ ਵਿੱਚ, ਉਹਨਾਂ ਨੇ ਗੁਰਬਾਣੀ ਰੂਪ ਦੇ ਵਿੱਚ ਸਾਡੇ ਤੱਕ ਪਹੁੰਚਾ ਦਿੱਤਾ। ਔਰ ਉਹੀ ਨਾਨਕ ਜੋਤ 10 ਜਾਮਿਆਂ 'ਚ ਗਈ। ਉਹਨਾਂ ਨੇ ਜੋ ਇਲਾਹੀ ਗਿਆਨ ਉਹਨਾਂ ਨੂੰ ਅਕਾਲ ਪੁਰਖ ਤੋਂ ਪ੍ਰਾਪਤ ਹੋਇਆ ਸੀ, ਉਹ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਅੱਜ ਸਾਡੇ ਕੋਲ ਪ੍ਰਕਾਸ਼ਮਾਨ ਹੈ। ਇਹ ਗੱਲ ਜਿਸ ਵੇਲੇ ਅਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਨਹੀਂ ਸੀ ਬੱਝਾ, ਗੁਰਗੱਦੀ ਤੇ ਬਹੁਤ ਬਾਅਦ ਦੇ ਵੀ ਦਿੱਤੀ ਗਈ ਨਾ, ਜੇ ਸਰੂਪ ਵੀ ਨਹੀਂ ਸੀ ਬੱਝਾ, ਉਸ ਵੇਲੇ ਤੀਜੇ ਨਾਨਕ ਬਖਸ਼ਿਸ਼ ਕਰ ਰਹੇ ਨੇ, ਇੱਕਾ ਬਾਣੀ, ਸਿਰਫ ਇੱਕ ਬਾਣੀ ਹੀ ਗੁਰੂ ਹੈ, ਇੱਕ ਗੁਰ, ਇੱਕੋ ਗੁਰੂ ਹੈ ਸਾਡਾ। ਉਹ ਕਿਹੜਾ ਗੁਰੂ ਹੈ ਸਾਡਾ? ਇੱਕਾ ਬਾਣੀ। ਔਰ ਬਾਣੀ ਨਾਲ ਸੰਬੰਧ ਕੀ ਬਣਾਉਣਾ ਹੈ? ਇੱਕੋ ਸ਼ਬਦ ਵਿਚਾਰ। ਇੱਕ ਤੇ ਸ਼ਬਦ ਦਾ ਵਿਚਾਰ ਇੱਕੋ ਹੀ ਹੈ, ਔਰ ਇੱਕੋ ਗੁਰਬਾਣੀ ਦੇ ਸ਼ਬਦ ਨੂੰ ਹੀ ਵਿਚਾਰਨਾ। ਇਸ ਤੋਂ ਸਪਸ਼ਟ ਆਦੇਸ਼ ਜਾਂ ਉਪਦੇਸ਼ ਨਹੀਂ ਹੋ ਸਕਦਾ। ਇੱਕ ਪੰਕਤੀ, ਪੂਰਨ ਵਿਚਾਰ ਉਹਦੇ ਵਿੱਚ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਰੇ ਕਹਿਣਾ ਕੋਈ ਪੂਰਾ ਗੁਰੂ ਹੈ। ਇਹ ਗੱਲ ਜਿਹੜੀ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨੂੰ ਸਮਝਾਈ, ਸਾਨੂੰ ਸਮਝ ਲੱਗ ਜਾਏ ਤਾਂ ਸਾਰੀ ਸਮੱਸਿਆ ਹੱਲ ਹੋ ਜਾਏਗੀ। ਇਹ ਹੈ ਗੁਰੂ ਦਾ ਸੰਕਲਪ। ਇਹਨੂੰ ਜੀ ਆਪਾਂ ਹੋਰ ਗਹਿਰਾਈ ਸਮਝਾਂਗੇ, ਵਿਸ਼ੇ ਨੂੰ ਤੇ ਪੂਰੀ ਗਹਿਰਾਈ ਸਮਝਾਂਗੇ ਸਾਰੇ ਨੂੰ, ਕੋਈ ਭਰਮ ਨਹੀਂ ਰਹਿ ਜਾਣਾ ਚਾਹੀਦਾ ਉਸ ਵਿਸ਼ੇ ਬਾਰੇ। ਲੇਕਿਨ ਸਤਿਗੁਰੂ ਕੌਣ ਹੈ, ਇਸ ਭਾਗ ਨੂੰ ਅਜੇ ਕੱਲ੍ਹ ਵੀ ਜਾਰੀ ਰੱਖਾਂਗੇ। ਅੱਜ ਬਸ ਇਤਨੇ ਬਚਨ ਪ੍ਰਵਾਨ ਕਰਨਾ। ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।